ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਨਿਊ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱਲਣ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਪਾਠ 9ਵਾਂ ਪੁਲਾੜ ਯਾਤਰਾ ਬਾਰੇ ਪੜ੍ਹਾਂਗੇ। ਕਹਿੰਦੇ ਵੀ ਰੱਬ ਦੀ ਬਣਾਈ ਸ੍ਰਿਸ਼ਟੀ ਬੜੀ ਅਜੀਬ ਹੈ। ਉਸ ਪਰਮਾਤਮਾ ਨੇ ਅਸਮਾਨ, ਚੰਨ, ਤਾਰੇ, ਸੂਰਜ, ਪਤਾਲ ਦੀ ਰਚਨਾ ਕਰਕੇ ਸਭ ਨੂੰ ਹੀ ਹੈਰਾਨ ਕਰ ਦਿੱਤਾ ਹੈ। ਮਨੁੱਖ ਜੋ ਸਰਵਸ਼੍ਰੇਸ਼ਟ ਪ੍ਰਾਣੀ ਹੈ, ਉਸਨੇ ਆਪਣੀ ਸੋਚ ਦੇ ਨਾਲ ਨਵੀਆਂ ਖੋਜਾਂ ਕੀਤੀਆਂ ਹਨ। ਉਹ ਚੰਨ 'ਤੇ ਪੁੱਜ ਗਿਆ ਹੈ ਅਤੇ ਕਈ ਹੋਰ ਗ੍ਰਹਿਆਂ ਦੀ ਵੀ ਛਾਣਬੀਣ ਕੀਤੀ ਹੈ। ਹੁਣ ਅਸੀਂ ਇਸ ਪਾਠ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਸ ਪਾਠ ਦੇ ਵਿੱਚ ਅੱਪੂ ਅਤੇ ਉਸਦੇ ਮਾਤਾ ਪਿਤਾ ਦੇ ਵਿਚਕਾਰ ਇਹ ਗੱਲਬਾਤ ਹੁੰਦੀ ਹੈ। ਕਹਿੰਦੇ ਵੀ ਅੱਪੂ ਰਾਤ ਦੀ ਰੋਟੀ ਖਾ ਕੇ ਛੱਤ ਉੱਪਰ ਚੜ੍ਹ ਗਿਆ। ਉਸਦੇ ਮਾਤਾ ਪਿਤਾ ਨੇ ਉਸਨੂੰ ਸਮਝਾਇਆ ਕਿ ਖਾਣਾ ਖਾਣ ਤੋਂ ਬਾਅਦ ਥੋੜ੍ਹੀ ਦੇਰ ਜ਼ਰੂਰ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਰੋਟੀ ਛੇਤੀ ਹਜ਼ਮ ਹੁੰਦੀ ਹੈ। ਅੱਪੂ ਦੇ ਪਿਤਾ ਜੀ ਵੀ ਉੱਪਰ ਹੀ ਟਹਿਲ ਰਹੇ ਸਨ। ਆਕਾਸ਼ ਵਿੱਚ ਚਮਕਦੇ ਚੰਨ ਅਤੇ ਸਿਤਾਰਿਆਂ ਨੂੰ ਵੇਖ ਕੇ ਅੱਪੂ ਸੋਚੀ ਪੈ ਗਿਆ। ਕੁਝ ਦੇਰ ਬਾਅਦ ਪਿਤਾ ਜੀ ਕੋਲੋਂ ਪੁੱਛਣ ਲੱਗਾ, ਪਿਤਾ ਜੀ, ਚੰਨ ਧਰਤੀ ਦਾ ਉਪਗ੍ਰਹਿ ਹੈ ਨਾ? ਮੈਂ ਆਪਣੀ ਵਿਗਿਆਨ ਦੀ ਕਿਤਾਬ ਵਿੱਚ ਪੜ੍ਹਿਆ ਸੀ। ਹਾਂ ਪੁੱਤਰ, ਕੀ ਤੈਨੂੰ ਪਤਾ ਹੈ ਗ੍ਰਹਿ ਅਤੇ ਉਪਗ੍ਰਹਿ ਕੀ ਹੁੰਦੇ ਹਨ? ਨਹੀਂ, ਅੱਪੂ ਨੇ ਸਿਰ ਹਿਲਾਉਂਦਿਆਂ ਕਿਹਾ। ਪੁੱਤਰ, ਗ੍ਰਹਿ ਉਹ ਗੋਲਾਕਾਰ ਪਿੰਡ ਹੁੰਦੇ ਹਨ ਜੋ ਲਗਾਤਾਰ ਸੂਰਜ ਦੇ ਦੁਆਲੇ ਚੱਕਰ ਲਗਾਉਂਦੇ ਰਹਿੰਦੇ ਹਨ। ਸਾਡੀ ਧਰਤੀ ਵੀ ਇੱਕ ਗ੍ਰਹਿ ਹੈ। ਇਹਨਾਂ ਗ੍ਰਹਿਆਂ ਦੁਆਲੇ ਘੁੰਮਣ ਵਾਲੇ ਪਿੰਡ ਉਪਗ੍ਰਹਿ ਅਖਵਾਉਂਦੇ ਹਨ। ਚੰਨ ਧਰਤੀ ਦੁਆਲੇ ਘੁੰਮਦਾ ਹੈ, ਇਸ ਲਈ ਇਹ ਧਰਤੀ ਦਾ ਉਪਗ੍ਰਹਿ ਹੈ। ਤਾਂ ਗ੍ਰਹਿ ਕੀ ਹੁੰਦੇ ਹਨ? ਉਹ ਗੋਲਾਕਾਰ ਪਿੰਡ ਹੁੰਦੇ ਹਨ ਜੋ ਲਗਾਤਾਰ ਸੂਰਜ ਦੁਆਲੇ ਚੱਕਰ ਲਗਾਉਂਦੇ ਰਹਿੰਦੇ ਹਨ। ਅਤੇ ਸਾਡੀ ਧਰਤੀ ਵੀ ਇੱਕ ਗ੍ਰਹਿ ਹੈ ਅਤੇ ਇਹਨਾਂ ਗ੍ਰਹਿਆਂ ਦੇ ਦੁਆਲੇ ਘੁੰਮਣ ਵਾਲੇ ਪਿੰਡ ਉਪਗ੍ਰਹਿ ਅਖਵਾਉਂਦੇ ਹਨ। ਪਿਤਾ ਜੀ, ਭਲਾ ਇਹ ਉਪਗ੍ਰਹਿ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਪਗ੍ਰਹਿ ਦੋ ਪ੍ਰਕਾਰ ਦੇ ਹੁੰਦੇ ਹਨ, ਕੁਦਰਤੀ ਅਤੇ ਬਨਾਵਟੀ। ਉਪਗ੍ਰਹਿ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਦੋ, ਕੁਦਰਤੀ ਅਤੇ ਬਨਾਵਟੀ। ਚੰਨ ਧਰਤੀ ਦਾ ਇੱਕ ਕੁਦਰਤੀ ਉਪਗ੍ਰਹਿ ਹੈ। ਬਨਾਵਟੀ ਉਪਗ੍ਰਹਿ ਉਹ ਚਟਾਨੀ ਪਿੰਡ ਹਨ ਜਿਹੜੇ ਵਿਗਿਆਨੀਆਂ ਨੇ ਧਰਤੀ ਜਾਂ ਹੋਰ ਗ੍ਰਹਿਆਂ ਦੇ ਦੁਆਲੇ ਛੱਡੇ ਹਨ। ਪਿਤਾ ਜੀ, ਇਹ ਬਨਾਵਟੀ ਉਪਗ੍ਰਹਿ ਕਿਵੇਂ ਛੱਡੇ ਜਾਂਦੇ ਹਨ? ਪੁੱਤਰ, ਇਹ ਰਾਕਟਾਂ ਰਾਹੀਂ ਛੱਡੇ ਜਾਂਦੇ ਹਨ। ਰਾਕਟ ਕੀ ਹੁੰਦਾ ਹੈ? ਅੱਪੂ, ਤੂੰ ਦੀਵਾਲੀ ਨੂੰ ਕਦੇ ਹਵਾਈ ਤਾਂ ਚਲਾਈ ਹੋਣੀ ਹੈ। ਹਵਾਈ ਮੀਨਜ਼ ਆਤਿਸ਼ਬਾਜ਼ੀ। ਇਹ ਰਾਕਟ ਬਸ ਉਸੇ ਵਰਗਾ ਹੀ ਇੱਕ ਵਿਮਾਨ ਹੁੰਦਾ ਹੈ। ਉਪਗ੍ਰਹਿ ਨੂੰ ਰਾਕਟ ਰਾਹੀਂ ਆਕਾਸ਼ ਵਿੱਚ ਕਿਵੇਂ ਛੱਡਿਆ ਜਾਂਦਾ ਹੈ? ਅੱਪੂ ਸੋਚ ਰਿਹਾ ਸੀ। ਫਿਰ ਉਸਦੇ ਪਿਤਾ ਜੀ ਨੇ ਉਸਨੂੰ ਸਮਝਾਇਆ ਕਿ ਰਾਕਟ ਨੂੰ ਚਲਾਉਣ ਵਾਸਤੇ ਖਾਸ ਕਿਸਮ ਦੇ ਬਾਲਣ ਦੀ ਲੋੜ ਹੁੰਦੀ ਹੈ। ਇਸ ਵਿੱਚ ਲਗਭਗ 2/3 ਭਾਗ ਬਾਲਣ ਹੁੰਦਾ ਹੈ। ਇਸ ਵਿੱਚ ਕਿੰਨਾ ਬਾਲਣ ਹੁੰਦਾ ਹੈ? ਲਗਭਗ 2/3। ਇਸ ਦੇ ਸਭ ਤੋਂ ਉੱਪਰਲੇ ਭਾਗ ਵਿੱਚ ਉਪਗ੍ਰਹਿ ਰੱਖਿਆ ਹੁੰਦਾ ਹੈ। ਜਦੋਂ ਬਾਲਣ ਬਲਦਾ ਹੈ ਤਾਂ ਵੱਡੀ ਮਾਤਰਾ ਵਿੱਚ ਗੈਸਾਂ ਪੈਦਾ ਹੁੰਦੀਆਂ ਹਨ ਜਿਹੜੀਆਂ ਕਿ ਬੜੇ ਜ਼ੋਰ ਨਾਲ ਰਾਕਟ ਨੂੰ ਆਕਾਸ਼ ਵੱਲ ਧੱਕਦੀਆਂ ਹਨ। ਤਾਂ ਰਾਕਟ ਨੂੰ ਕਿਵੇਂ ਚਲਾਇਆ ਜਾਂਦਾ ਹੈ? ਇਸ ਨੂੰ ਚਲਾਉਣ ਲਈ ਖਾਸ ਕਿਸਮ ਦੇ ਬਾਲਣ ਦੀ ਲੋੜ ਹੁੰਦੀ ਹੈ। ਇਹ ਬਾਲਣ 2/3 ਹੁੰਦਾ ਹੈ। ਇਸ ਦੇ ਉੱਪਰਲੇ ਹਿੱਸੇ ਵਿੱਚ ਉਪਗ੍ਰਹਿ ਰੱਖਿਆ ਹੁੰਦਾ ਹੈ। ਜਦੋਂ ਬਾਲਣ ਬਲਦਾ ਹੈ ਤਾਂ ਵੱਡੀ ਮਾਤਰਾ ਵਿੱਚ ਗੈਸਾਂ ਪੈਦਾ ਹੁੰਦੀਆਂ ਹਨ ਜਿਹੜੀਆਂ ਉਸ ਨੂੰ ਜ਼ੋਰ ਨਾਲ ਰਾਕਟ ਨੂੰ ਆਕਾਸ਼ ਵੱਲ ਧੱਕਦੀਆਂ ਹਨ। ਇਹ ਸਭ ਕੁਝ ਨਿਊਟਨ ਦੇ ਕਿਰਿਆ ਅਤੇ ਪ੍ਰਤੀਕਿਰਿਆ ਵਾਲੇ ਸਿਧਾਂਤ ਅਨੁਸਾਰ ਵਾਪਰਦਾ ਹੈ। ਰਾਕਟ ਉਪਗ੍ਰਹਿ ਨੂੰ ਮਿੱਥੀ ਗਈ ਉਚਾਈ 'ਤੇ ਛੱਡ ਕੇ ਖੁਦ ਸਵਾਹ ਹੋ ਜਾਂਦਾ ਹੈ ਅਤੇ ਉਪਗ੍ਰਹਿ ਪੁਲਾੜ ਵਿੱਚ ਦਾਖਲ ਹੋ ਜਾਂਦਾ ਹੈ। ਪਿਤਾ ਜੀ, ਪੁਲਾੜ ਕੀ ਹੁੰਦਾ ਹੈ? ਅੱਪੂ ਨੇ ਸਵਾਲ ਕੀਤਾ। ਪੁੱਤਰ, ਆਪਣੇ ਆਲੇ ਦੁਆਲੇ ਹਵਾ ਦਾ ਇੱਕ ਲਿਫਾਫਾ ਜਿਹਾ ਹੁੰਦਾ ਹੈ। ਇਸ ਨੂੰ ਵਾਯੂਮੰਡਲ ਕਹਿੰਦੇ ਹਨ। ਪਰ ਹਵਾ ਧਰਤੀ ਤੋਂ ਲਗਭਗ 150 ਕਿਲੋਮੀਟਰ ਦੀ ਉਚਾਈ ਤੱਕ ਹੀ ਮੌਜੂਦ ਹੁੰਦੀ ਹੈ। ਜਿਹੜੀ ਹਵਾ ਕਿੰਨੇ ਕਿਲੋਮੀਟਰ ਤੱਕ ਮੌਜੂਦ ਹੁੰਦੀ ਹੈ? 150 ਕਿਲੋਮੀਟਰ। ਇਸ ਤੋਂ ਉੱਪਰ ਖਲਾਅ ਹੈ। ਹਾਂਜੀ, ਖਲਾਅ ਕੀ ਹੁੰਦਾ? ਇੱਕ ਥਾਂ ਟਿਕਿਆ ਹੋਣਾ। ਇਸ ਖੇਤਰ ਨੂੰ ਪੁਲਾੜ ਕਿਹਾ ਜਾਂਦਾ ਹੈ। ਤਾਂ ਪੁਲਾੜ ਕੀ ਹੁੰਦਾ ਹੈ? ਸਾਡੀ ਧਰਤੀ ਦੇ ਆਲੇ ਦੁਆਲੇ ਹਵਾ ਦਾ ਲਿਫਾਫਾ ਹੁੰਦਾ ਹੈ। ਇਸ ਨੂੰ ਵਾਯੂਮੰਡਲ ਕਹਿੰਦੇ ਹਨ। ਪਰ ਜਿਹੜੀ ਹਵਾ ਹੁੰਦੀ ਹੈ ਉਹ ਧਰਤੀ ਤੋਂ ਲਗਭਗ 150 ਕਿਲੋਮੀਟਰ ਦੀ ਉਚਾਈ ਤੱਕ ਹੀ ਮੌਜੂਦ ਹੁੰਦੀ ਹੈ। ਇਸ ਤੋਂ ਉੱਪਰ ਖਲਾਅ ਹੁੰਦਾ ਹੈ। ਤਾਂ ਇਸ ਖੇਤਰ ਨੂੰ ਹੀ ਕੀ ਕਿਹਾ ਜਾਂਦਾ ਹੈ? ਪੁਲਾੜ। ਪੁਲਾੜ ਵਿੱਚ ਸਾਡੇ ਗ੍ਰਹਿ ਤੋਂ ਛੁੱਟ ਹੋਰ ਗ੍ਰਹਿ, ਸੂਰਜ, ਸਿਤਾਰੇ ਅਤੇ ਸਾਰਾ ਬ੍ਰਹਿਮੰਡ ਸ਼ਾਮਲ ਹੈ। ਚੰਦ, ਧੂਮਕੇਤੂ ਵੀ ਪੁਲਾੜ ਵਿੱਚ ਹੀ ਆ ਜਾਂਦੇ ਹਨ। ਅੱਪੂ ਦੇ ਪਿਤਾ ਜੀ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ। ਉਹ ਭੌਤਿਕ ਵਿਗਿਆਨ ਪੜ੍ਹਾਉਂਦੇ ਸਨ। ਅੱਪੂ ਦੇ ਪਿਤਾ ਜੀ ਕੀ ਸਨ? ਪ੍ਰੋਫੈਸਰ। ਉਹ ਕੀ ਪੜ੍ਹਾਉਂਦੇ ਸਨ? ਭੌਤਿਕ ਵਿਗਿਆਨ। ਇਸ ਲਈ ਉਹ ਅੱਪੂ ਦੇ ਸਵਾਲਾਂ ਦੇ ਉੱਤਰ ਬੜੀ ਆਸਾਨੀ ਨਾਲ ਦੇ ਰਹੇ ਸਨ। ਅੱਪੂ ਵੀ ਬੜੀ ਦਿਲਚਸਪੀ ਦਿਖਾ ਰਿਹਾ ਸੀ। ਉਹ ਹੁਣ ਅੰਤਰਿਕਸ਼
ਯਾਤਰਾ ਦਾ ਰੋਚਕ ਇਤਿਹਾਸ ਜਾਣਨਾ ਚਾਹੁੰਦਾ ਸੀਗਾ। ਉਸਨੇ ਪੁੱਛਿਆ, ਪਿਤਾ ਜੀ ਪੁਲਾੜ ਵਿੱਚ ਰਾਕਟ ਸਭ ਤੋਂ ਪਹਿਲਾਂ ਕਿਸ ਨੇ ਭੇਜਿਆ? ਤਾਂ ਉਸਦੇ ਪਿਤਾ ਜੀ ਉੱਤਰ ਦਿੰਦੇ ਹਨ, ਪੁੱਤਰ, ਸਭ ਤੋਂ ਪਹਿਲਾਂ ਰੂਸ ਨੇ 4 ਅਕਤੂਬਰ 1957 ਨੂੰ ਰਾਕਟ ਸਪੁਤਨਿਕ ਅੰਤਰਿਕਸ਼ ਵਿੱਚ ਭੇਜਿਆ ਸੀ। ਤਾਂ ਬੱਚਿਓ, ਸਭ ਤੋਂ ਪਹਿਲਾਂ ਰਾਕਟ ਕਿਸ ਨੇ ਭੇਜਿਆ ਸੀਗਾ? ਰੂਸ ਨੇ। ਕਦੋਂ ਭੇਜਿਆ ਸੀ? 4 ਅਕਤੂਬਰ 1957 ਨੂੰ। ਉਸ ਰਾਕਟ ਦਾ ਨਾਮ ਕੀ ਸੀਗਾ? ਸਪੁਤਨਿਕ। ਇਸ ਤੋਂ ਬਾਅਦ ਉਹਨਾਂ ਨੇ ਦੂਜਾ ਸਪੁਤਨਿਕ ਭੇਜਿਆ ਜਿਸ ਵਿੱਚ ਲਾਇਕਾ ਕੁੱਤਾ ਸੀ। ਪਿਤਾ ਜੀ ਰੂਸ ਤੋਂ ਇਲਾਵਾ ਕਿਸੇ ਹੋਰ ਦੇਸ਼ ਨੇ ਵੀ ਪੁਲਾੜ ਵਿੱਚ ਰਾਕਟ ਭੇਜੇ ਨੇ? ਅੱਪੂ ਨੇ ਫਿਰ ਪ੍ਰਸ਼ਨ ਕੀਤਾ। ਸੋ ਪਿਆਰੇ ਬੱਚਿਓ, ਆਪਾਂ ਇਸ ਵੀਡੀਓ ਵਿੱਚ ਇੱਥੋਂ ਤੱਕ ਹੀ ਪਾਠ ਨੂੰ ਪੜ੍ਹਾਂਗੇ। ਕੱਲ੍ਹ ਨੂੰ ਦੁਬਾਰਾ ਫਿਰ ਆਪਾਂ ਇਸ ਪਾਠ ਨੂੰ ਪੜ੍ਹਾਂਗੇ ਅਗਲੀ ਵੀਡੀਓ ਦੇ ਵਿੱਚ। ਥੈਂਕਸ ਟੂ ਆਲ। ਹੈਵ ਅ ਨਾਈਸ ਡੇ।